ਵਿੱਚ ਜੀਓਗ੍ਰਾਫੀ ਪੜ੍ਹਨ ਦੇ ਲਈ ਆਉਂਦੇ ਨੇ। ਸੋ ਪਲੱਸ 1 ਦੇ ਵਿੱਚ ਜਦੋਂ ਜੀਓਗ੍ਰਾਫੀ ਪੜ੍ਹਨ ਆਉਂਦੇ ਨੇਗੇ ਤਾਂ ਵਿਦਿਆਰਥੀਆਂ ਨੂੰ ਜਿਹੜੀਆਂ ਟਰਮੀਨੋਲੋਜੀਜ਼ ਬਾਰੇ ਜਿਹੜਾ ਪਤਾ ਹੀ ਨਹੀਂ ਹੁੰਦਾ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਜਿਹੜਾ ਪਹਿਲਾ ਚੈਪਟਰ ਹੈ ਸੋ ਉਸ ਦੀਆਂ ਜਿਹੜੀਆਂ ਟਰਮੀਨੋਲੋਜੀਜ਼ ਬਾਰੇ ਹੀ ਗੱਲ ਕਰਾਂਗੇ ਜ਼ਿਆਦਾਤਰ ਕਿ ਜੀਓਗ੍ਰਾਫੀ ਦੇ ਵਿੱਚ ਜਿਹੜਾ ਅਸੀਂ ਕਿਉਂਕਿ ਜੇ 6ਵੀਂ 'ਚ ਬੱਚਾ ਪੜ੍ਹਦਾ ਹੈ 7ਵੀਂ 'ਚ ਬੱਚਾ ਪੜ੍ਹਦਾ ਹੈ ਤਾਂ ਵਿਦਿਆਰਥੀ ਨੇ ਇੱਕ ਪਲੱਸ 2 ਦੇ ਜਿਹੜੇ ਪਹਿਲੇ ਸੈਸ਼ਨ ਵਿੱਚ ਪੁੱਛਿਆ ਸੀਗਾ ਕਿ ਸਰ ਐਮਬੀਡੀ ਇੱਕ ਰੱਟਾ ਹੀ ਲਗਾਇਆ ਜਾਂਦਾ ਜੀਓਗ੍ਰਾਫੀ ਦੇ ਲੌਂਗੀਟਿਊਡ ਨੂੰ ਵੀ ਰੱਟਾ ਲਗਾ ਲੈਤਾ ਜਾਂਦਾ। ਮੈਨੂੰ ਲੱਗਦਾ ਵੀ ਅੱਜ ਤੱਕ ਵਿਦਿਆਰਥੀਆਂ ਨੂੰ ਬਹੁਤੇ ਵਿਦਿਆਰਥੀਆਂ ਨੂੰ ਇਹ ਕਲੀਅਰ ਨਹੀਂ ਹੁੰਦਾ ਵੀ ਜਿਹੜੀ ਪਹਿਲਾ ਪ੍ਰਸ਼ਨ ਹੀ ਆਉਂਦਾ ਹੈ ਹਰ ਇੱਕ ਵਾਰੀ ਆ ਜਾਂਦਾ ਹੈਗਾ 10ਵੀਂ 'ਚ 9ਵੀਂ 'ਚ ਕਿ ਭਾਰਤ ਦੀ ਜਿਹੜੀ ਹੈਗੀ ਹੈ ਉਹ ਸਥਿਤੀ ਕੀ ਹੈ। ਸੋ ਉਹਨਾਂ ਨੂੰ ਇੰਨਾ ਹੀ ਪਤਾ ਹੁੰਦਾ ਵੀ ਹਾਂ ਜੀ ਇੱਕ ਰੱਟਾ ਲਾਇਆ ਹੁੰਦਾ ਵੀ 8 ਡਿਗਰੀ 4 ਮਿੰਟ this and this, ਠੀਕ ਹੈ। ਸੋ ਉਹ ਕੀ ਹੈ ਸੋ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ 8 ਡਿਗਰੀ 4 ਮਿੰਟ ਕੀ ਹੈ ਕਿਵੇਂ ਲੌਂਗੀਟਿਊਡਸ ਅਤੇ ਲੈਟੀਟਿਊਡਸ ਅਸੀਂ ਫਾਈਂਡ ਆਊਟ ਕਰਾਂਗੇ। ਸੋ ਇਹ ਸਾਰੀਆਂ ਗੱਲਾਂ ਅਸੀਂ ਵਿਸਥਾਰ ਰੂਪ ਦੇ ਵਿੱਚ ਇਸ ਚੈਨਲ ਜਰੀਏ ਵਿਦਿਆਰਥੀਆਂ ਨਾਲ ਸਾਂਝੀਆਂ ਕਰਾਂਗੇ। ਸੋ ਅੱਜ ਦੇ ਜਿਹੜੇ ਇਸ ਸੈਸ਼ਨ ਦੇ ਵਿੱਚ ਅਸੀਂ ਸਿਰਫ ਅਸੀਂ ਇੰਟਰੋਡਕਸ਼ਨ ਹੀ ਸੋਲਰ ਸਿਸਟਮ ਦੀ ਟਰਮੀਨੋਲੋਜੀਜ਼ ਦੀਆਂ ਜਿਹੜੀਆਂ ਉਹਨਾਂ ਬਾਰੇ ਗੱਲ ਕਰਾਂਗੇ। ਜੇ ਸੂਰਜ ਪਰਿਵਾਰ ਦੇ ਵਿੱਚ ਜਿਹੜੀਆਂ ਅਸੀਂ ਟਰਮੀਨੋਲੋਜੀਜ਼ ਪੜ੍ਹਨੀਆਂ ਨੇਗੀਆਂ ਉਹ ਕਿਹੜੀਆਂ ਹੈਗੀਆਂ ਨੇ। ਸੋ ਉਹਨਾਂ ਟਰਮੀਨੋਲੋਜੀਜ਼ ਦੇ ਵਿੱਚੋਂ ਅਸੀਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਆਉਂਦਾ ਹੈ ਸੈਲੈਸਟੀਅਲ ਬਾਡੀਜ਼ ਆਉਂਦਾ ਹੈ ਜਿਸਨੂੰ ਜਿਹੜਾ ਹੈਗਾ ਆਕਾਸ਼ੀ ਪਿੰਡ, ਠੀਕ ਹੈ। ਸੋ ਆਕਾਸ਼ੀ ਪਿੰਡ ਸੋ ਉਹਨਾਂ ਦੇ ਬਾਰੇ 'ਚ ਗੱਲ ਕਰਦੇ ਹਾਂ। ਸੋ ਮੈਂ ਦੋਨੇ ਮੀਡੀਅਮਸ ਦੇ ਵਿੱਚ ਹੀ ਗੱਲਬਾਤ ਕਰੂੰਗਾ ਕਿਉਂਕਿ ਇਹ ਜਿਹੜਾ ਅਸੀਂ ਸੈਸ਼ਨ ਹੈ ਇੰਗਲਿਸ਼ ਮੀਡੀਅਮ ਸਟੂਡੈਂਟਸ ਦੇ ਵਿੱਚ ਵਾਸਤੇ ਵੀ ਹੈ ਅਤੇ ਪੰਜਾਬੀ ਮੀਡੀਅਮ ਸਟੂਡੈਂਟਸ ਵਾਸਤੇ ਵੀ ਜਿਹੜਾ ਇਹ ਸੈਸ਼ਨ ਹੈ ਅਸੀਂ ਕੰਡਕਟ ਕੀਤਾ ਹੈ। ਸੋ ਜਿਹੜਾ ਸੈਲੈਸਟੀਅਲ ਬਾਡੀਜ਼ ਹੁੰਦਾ ਹੈਗਾ ਸੋ these are the objects like sun, moon, stars and others that shine in the night sky। ਸੋ ਇਹ ਤਾਂ ਜਿਹੜੀ ਆਪਾਂ ਅੰਗਰੇਜ਼ੀ ਦੀ ਪਰਿਭਾਸ਼ਾ ਹੋਗੀ ਤਾਂ ਪੰਜਾਬੀ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਆਕਾਸ਼ੀ ਪਿੰਡ ਨੇ ਜਿਹੜੇ ਸੂਰਜ, ਚੰਦ, ਤਾਰੇ ਅਤੇ ਹੋਰ ਚੀਜ਼ਾਂ ਹਨ ਜੋ ਰਾਤ ਦੇ ਸਮੇਂ ਜਿਹੜਾ ਅਸਮਾਨ ਦੇ ਵਿੱਚ ਸਾਨੂੰ ਉਹ ਚਮਕਦੀਆਂ ਹਨ, ਠੀਕ ਹੈ। ਸੋ ਵਿਦਿਆਰਥੀਓ ਰਾਤ ਦੇ ਵੇਲੇ ਜਦੋਂ ਅਸੀਂ ਆਕਾਸ਼ ਦੇ ਵਿੱਚ ਦੇਖਦੇ ਹਾਂ ਉੱਪਰ ਝਾਤੀ ਮਾਰਦੇ ਹਾਂ ਤਾਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਚਮਕਦੀਆਂ ਹੁੰਦੀਆਂ ਹਨ ਜਿਹਦੇ ਵਿੱਚ ਤਾਰੇ ਵੀ ਹੁੰਦੇ ਨੇਗੇ, ਜਿਹਦੇ ਵਿੱਚ ਚੰਦਰਮਾ ਵੀ ਹੁੰਦਾ ਹੈ, ਸੋ ਜਿਹਦੇ ਵਿੱਚ ਸੂਰਜ ਵੀ ਹੁੰਦਾ ਕਿਉਂਕਿ ਕਈਆਂ ਦਾ ਇਹ ਭੁਲੇਖਾ ਕੱਢਦੀ ਹੈ ਕਿ ਸੂਰਜ ਜਦੋਂ ਛਿਪ ਜਾਂਦਾ ਹੈ ਤਾਂ ਉਹ ਦੂਸਰੇ ਦੇਸ਼ਾਂ ਦੇ ਵਿੱਚ ਚੜ ਜਾਂਦਾ ਹੈ, ਧਰਤੀ ਦੀ ਜਿਹੜੀ ਉਹ ਘੁੰਮ ਕੇ ਪੋਜੀਸ਼ਨ ਬਦਲ ਜਾਂਦੀ ਹੈ। ਸੋ ਸੂਰਜ ਕਦੇ ਇਹ ਨਹੀਂ ਹੈਗਾ ਵੀ ਹਾਂ ਉਹ ਆਪਣੇ ਦੇਸ਼ 'ਚ ਛਿਪਦਾ ਜ਼ਰੂਰ ਹੈ ਪਰ ਉਹ ਸੂਰਜ ਹੈ ਨਾ ਜਿਹੜਾ ਹਰ ਸਮੇਂ ਚੜਿਆ ਹੀ ਰਹਿੰਦਾ ਹੈਗਾ। ਸੋ ਮੇਰੀ ਮੁਰਾਦ ਹੈ ਕਿ ਜਿਵੇਂ ਆਪਾਂ ਜੀਓਗ੍ਰਾਫੀ ਬਾਰੇ ਗੱਲ ਕਰ ਰਹੇ ਹਾਂ ਤਾਂ ਤੁਹਾਡੀ ਜਿਹੜੀ ਜੀਓਗ੍ਰਾਫੀ ਹੈ ਸੋ ਇਸ ਤਰ੍ਹਾਂ ਉਹਦੀ ਜਿਹੜੀ ਹੈਗੀ ਹੈ ਹਰ ਵਕਤ ਚੜ੍ਹਦੀ ਕਲਾ ਹੀ ਰਹਿਣੀ ਚਾਹੀਦੀ ਹੈ। ਜਿਵੇਂ ਸੂਰਜ ਦੀ ਜਿਹੜੀ ਉਹ ਚੜ੍ਹਦੀ ਕਲਾ ਰਹਿੰਦੀ ਹੈ ਤੇ ਉਹ ਸਾਰਾ ਸਮੇਂ ਜਿਹੜਾ ਉਹ ਸਾਰੇ ਸੰਸਾਰ ਨੂੰ ਹੈ ਜਿਹੜਾ ਰੋਸ਼ਨੀ ਦਿੰਦਾ ਰਹਿੰਦਾ ਹੈ। ਸੋ ਉਹਦੀ ਮਦਦ ਦੇ ਨਾਲ ਹੀ ਚੰਦ, ਉਹਦੀ ਮਦਦ ਦੇ ਨਾਲ ਹੀ ਹੋਰ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਅਸਮਾਨ ਦੇ ਵਿੱਚ ਜਿਹੜੇ ਪਿੰਡ ਹੁੰਦੇ ਨੇ ਛੋਟੇ ਛੋਟੇ ਉਹ ਚਮਕਦੇ ਰਹਿੰਦੇ ਹਨ। ਸੋ ਜਿਹੜਾ ਫਸਟ ਜਿਹੜੀ ਆਪਾਂ ਜਿਹੜੀ ਗੱਲ ਕੀਤੀ ਆ ਉਹ ਆਕਾਸ਼ੀ ਪਿੰਡਾਂ ਬਾਰੇ ਗੱਲ ਕੀਤੀ ਕਿ ਆਕਾਸ਼ੀ ਪਿੰਡ ਨੇ ਜਿਹੜੇ ਉਹਦੇ ਵਿੱਚ ਸੂਰਜ ਵੀ ਆ ਜਾਂਦਾ, ਚੰਦ ਵੀ ਆ ਜਾਂਦੇ ਨੇ, ਤਾਰੇ ਵੀ ਆ ਜਾਂਦੇ ਤੇ ਹੋਰ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਛੋਟੀਆਂ ਮੋਟੀਆਂ ਚੀਜ਼ਾਂ ਹੁੰਦੀਆਂ ਨੇਗੀਆਂ ਉਹ ਵਿੱਚ ਆ ਜਾਂਦੇ ਨੇ। ਤੇ ਪਿੱਛੇ ਜੇ ਇੱਕ ਜਿਹੜੀ ਸੈਲੈਸਟੀਅਲ ਬਾਡੀ ਹੈ ਆਕਾਸ਼ੀ ਪਿੰਡ ਹੈ ਸੋ ਉਹ ਇੱਕ ਬਹੁਤ ਛੋਟਾ ਜਿਹੜਾ ਮੈਟਰੋਇਡ ਸੀਗਾ ਉਹ ਪਿੱਛੇ ਜੇ 5-7 ਦਿਨ ਹੋ ਗਏ ਖਬਰਾਂ ਦੇ ਵਿੱਚ ਇੱਕ ਬੜੀ ਰਾਜਸਥਾਨ ਦੇ ਵਿੱਚ ਇੱਕ ਰਾਮਨਗਰ ਦੇ ਪਿੰਡ ਦੇ ਵਿੱਚ ਇੱਕ 2.5 ਕਿਲੋ ਦਾ ਮੈਟਰੋਇਡ ਜਿਹੜਾ ਉਹ ਗਿਰਿਆ ਸੀਗਾ। ਸੋ ਉਹ ਖਬਰ ਉਹ ਜਿਹੜੀ ਕੀ ਸੀਗੀ ਇੱਕ ਬਾਡੀ ਵੀ ਸੀਗੀ, ਉਹ ਇੱਕ ਬਾਡੀ ਸੀ ਅਸਮਾਨ ਦੇ ਵਿੱਚ ਜਿਹੜੀ ਕਿ ਧਰਤੀ ਦੇ ਉੱਪਰ ਆਪਣਾ ਗ੍ਰੈਵੀਟੇਸ਼ਨਲ ਜਿਹੜੀ ਹੈਗੀ ਹੈ ਗੁਰਤਾ ਛੱਡ ਕੇ ਉਹ ਇੱਕਦਮ ਥੱਲੇ ਆ ਗਈ। ਸੋ ਉਹ ਜਦੋਂ ਥੱਲੇ ਡਿੱਗੀ ਤਾਂ ਬਹੁਤ ਸਾਰਾ ਜਿਹੜਾ ਖੜਕਾ ਹੈ ਬਹੁਤ ਸਾਰਾ ਜਿਹੜਾ ਸ਼ੋਰ ਹੈ ਉਹ ਲਾਗਲੇ ਪਿੰਡਾਂ ਤੱਕ ਵੀ ਗਿਆ ਜਿਹਦੇ ਨਾਲ ਪੁਲਿਸ ਇਕੱਠੀ ਹੋ ਗਈ, ਉੱਥੋਂ ਦੇ ਲੋਕ ਇਕੱਠੇ ਹੋ ਗਏ। ਤਾਂ ਫਿਰ ਜਦੋਂ ਜੀਓਗ੍ਰਾਫੀ ਨੂੰ ਮੈਂ ਇਸ ਤਰ੍ਹਾਂ ਰਿਲੇਟ ਕਰਾਂਗਾ ਕਿ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇਗੀਆਂ ਉਹ ਆਕਾਸ਼ ਦੇ ਵਿੱਚ ਸੋ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਵੇਖਣ ਨੂੰ ਮਿਲਦੀਆਂ ਨੇਗੀਆਂ। ਸੋ ਇਹ ਵੰਡਰਸ ਆਫ ਦਾ ਜਿਹੜੇ ਆਪਾਂ ਕਹਿੰਦੇ ਆ ਵਰਲਡ ਨੇ
इस तरह आसमान के जिहड़े वंडरस नेगे सो जिहड़े सानू देखण नू मिलते नेगे। सो मैं माफ़ी चाहुंदा कि विचों साडीआं टैक्नीकल रुकावटां करके जिहड़ा सैशन टुट जांदा है सो टुट गया सीगा। सो उहदे लई मैं माफ़ी चाहुंदा, खेद चाहुंदा, क्योंकि जिन्ने भी साडे कोल सोर्सेस नेगे साडे कोल लीज लाइनां दे कनैक्शन है नहीं, इस करके जिन्ने भी नैटवर्क जदों पिछों टुट जांदा है तां प्रॉब्लम आ जांदी है। सो मैं बेनती करूँगा कि विद्यार्थी है जिहड़े वो लगातार इस सैशन नाल जुड़े रहण। जे किते टुट भी जांदा है तां जिन्ना साडा समां दित्ता होया हैगा सो टाइम टेबल दे विच वो दोबारा असीं जिहड़ा सैशन है वो नाल दी नाल चल पिया करेगा। सो इहदे लई मैं रुकावट दे लई खेद चाहुंदा। सो वी आर कम टू द पॉइंट। सो आकाशी पिंड मैनूं लगदा है तुहानूं क्लीयर हो गया होवेगा कि आकाशी पिंड की हुंदे हन। सो उस तो बाद कुछ क जिहड़े आकाशी सैकेंड असीं गल करदे हां कि सम celestial bodies are very big and are made up of gases and heat, and they have their own heat and light which is emitted in large amounts, and these celestial bodies are called stars and our sun is a star। सो ये जिहड़ी गलबात कह रहे हैं कि कुछ क जिहड़ियां आकाशी पिंड हुंदे ने तो उन्हां दे विच अपनी हीट हुंदी है ते अपनी उन्हां दी लाइट हुंदी है। जिवें उपर आपां गल कीती है आकाशी पिंड सूरज भी हो सकदा है, चंद भी हो सकदा है। सूरज दी अपनी रोशनी है पर चंद्रमा दी अपनी रोशनी नहीं हैगी है। चंद्रमा सूरज दी हैल्प दे नाल चमकदा है रात नूं, जेकर चंद्रमा दी भी अपनी रोशनी हुंदी तां ओह भी दिन वेले चमकिया करदा ते जिन्ना च सूरज जिन्ना वड्डा हुंदा। सो इस करके कुछ क ਜਿਹੜੀਆਂ ਬੋਡੀਜ਼ ਨੇਗੀਆਂ ਕੁਝ ਕ ਜਿਹੜੇ ਆਕਾਸ਼ੀ ਪਿੰਡ ਨੇ ਸੋ ਉਹਨਾਂ ਦੀ ਜਿਹੜੀ ਆਪਣੀ ਹੈ ਕੀ ਹੈ ਜਿਹੜੀ ਉਹ ਹੀਟ ਐਂਡ ਲਾਈਟ ਹੈ। ਸੋ ਉਹਨਾਂ ਦੀ ਜਿਹੜੀ ਆਪਣੀਆਂ ਗੈਸਾਂ ਨੇ ਤੇ ਆਪਣੀਆਂ ਗਰਮੀ ਹੈ ਜਿਹੜੇ ਕਿ ਬਹੁਤ ਹੀ ਲਾਰਜ ਅਮਾਉਂਟ ਦੇ ਵਿੱਚ ਹੈ। ਜਿਵੇਂ ਇੱਕ ਅਸੀਂ ਇਸ ਦੀ ਉਦਾਹਰਨ ਗੱਲ ਕਰ ਸਕਦੇ ਹਾਂ ਜਿਹਨੂੰ ਅਸੀਂ ਕੀ ਕਹਿੰਦੇ ਆ ਸਟਾਰ ਜਾਂ ਸਨ, ਪੰਜਾਬੀ ਚ ਉਸਨੂੰ ਕੀ ਕਹਿੰਦੇ ਆ ਸੂਰਜ। ਸੂਰਜ ਹੈ ਜਿਹੜਾ ਉਹ ਵੀ ਇੱਕ ਤਾਰੇ ਦੇ ਰੂਪ ਦੇ ਵਿੱਚ ਹੈ ਤੇ ਸੂਰਜ ਜਿਹੜਾ ਉਹ ਸਥਿਰ ਨਹੀਂ ਹੈ। ਕਈਆਂ ਨੂੰ ਇਸ ਤਰ੍ਹਾਂ ਦੀ ਇੱਕ ਵਹਿਮ ਕੱਢ ਦਈਏ कि कई ये समझते हैं कि सूरज एक स्थिर है, स्थिर नहीं है सूरज जिहड़ा मूवमेंट हैगी है। सो आपां अगे वो डिटेल दे विच गल करांगे। तो उस तो अगे जिहड़ा विद्यार्थी हो असीं जिहड़ी अगली टर्मिनोलॉजी दी गल करदे हां वो है तारा समूह। ठीक है, सो तारा समूह दे बारे गल करदे हां। सो तारा समूह नूं जिहड़ा कंस्टैलेशनस कहने आ तां एक गैलेक्सी है जिहड़ी ते तारा समूह च कई बार ये जिहड़े बच्चों दे विच जिहड़ा विवाद खड़ा हो जाता है भी तारा समूह गैलेक्सी भी कह जाते हैं पंजाबी दे। कंस्टैलेशंस एंड गैलेक्सी इज द डिफरेंट थिंग्स। ठीक है, सो कंस्टैलेशन की है सो इट इज द डिफरेंट ग्रुप ऑफ स्टार्स फ्रॉम वेरियस पैटर्न्स एंड दे आर कॉल्ड कंस्टैलेशन। जिवें सप्तऋषि है जिहड़ी एक कंस्टैलेशन दी उदाहरण है। ठीक है, सो ते पुराने समयां दे विच जिहड़ा विद द हैल्प ऑफ स्टार्स असीं की है जिवें डायरैक्शनस जिहड़े हैगे ओह असीं पता लगाउंदे सीगे। इस करके जो रात के समय वक्रो वक्रियां जिहड़ियां कंस्टैलेशन सानू दिखाई दिंदियां नेगियां। वक्रो वक्रे जिहड़े तारा समूह है जिहड़े कुछ ना कुछ शक्ल है जिहड़ी ओह बनाउंदे हुंदे आ, जिहड़े शक्ल बनाउंदे हुंदे आ जिन्हां दे उपर राशियां दे जिहड़े नाम ने ओह रखे गए ने। जिवें सप्तऋषि है, इस तरह ही जिवें कैप्रीकॉन है, इस तरह ही जिवें विरगो है। तो उन्हां दी आसमान दे विच उवें शक्ल बनदी है। जेकर एक ऐप डाउनलोड कर सकते हो विद्यार्थियों तुसीं स्टार्स नाम ते हैगी है, स्टार फाइंडर के नाम से जिहड़ा आपां कंस्टलेशन फाइंडर के नाम से भी तुसीं सर्च कर सकते हो। जदों तुसीं आसमान दे विच उस ऐप नूं चला के अपने कैमरे नूं करोगे तां तुहाडा जिहड़ा कैमरा है मोबाइल है वो दसेगा भी इत्थे किहड़ी कंस्टलेशन है, इत्थे सप्तऋषि है, इत्थे विरगो है, इत्थे किहड़ी है। ਉਹ ਤੁਹਾਨੂੰ ਜਿਹੜੀ ਕੰਸਟੇਲੇਸ਼ਨ ਹੈ ਜਿਹੜੀਆਂ ਉਹ ਦੱਸਣਗੇ ਕਿ ਕੰਸਟੇਲੇਸ਼ਨ ਜਿਹੜੀਆਂ ਉਹਨਾਂ ਦੇ ਸਟਾਰਸ ਦੇ ਜਿਹੜੇ ਪੈਟਰਨਸ ਨੇ ਅਸਮਾਨ ਦੇ ਵਿੱਚ ਬਹੁਤ ਸਾਰੇ ਨੇ। ਤਾਂ ਤੁਸੀਂ ਇੱਕ ਐਪ ਕਰਕੇ ਉਹਦੇ ਨਾਲ ਪਤਾ ਲਗਾ ਸਕਦੇ ਹੋ। ਪੁਰਾਣੇ ਸਮਿਆਂ ਦੀ ਜਿਹੜੀ ਮੈਂ ਆਪਾਂ ਗੱਲ ਕਰਦੇ ਸੀਗੇ ਸੋ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਪੋਲ ਸਟਾਰ ਦੀ ਮਦਦ ਨਾਲ ਜਿਸ ਨੂੰ ਅਸੀਂ ਧਰੁਵ ਤਾਰਾ ਕਹਿ ਦਿੰਦੇ ਹੈਗੇ ਆ ਸੋ ਧਰੁਵ ਤਾਰੇ ਦੀ ਮਦਦ ਦੇ ਨਾਲ ਜਿਹੜਾ ਡਾਇਰੈਕਸ਼ਨਸ ਫਾਈਂਡ ਆਊਟ ਕਰਦੇ ਸੀ। ਅੱਜ ਕੱਲ ਦਾ ਜ਼ਮਾਨਾ ਤਾਂ ਬੜਾ ਚੇਂਜ ਹੋ ਗਿਆ। अजकल GPS सिस्टम आ गया, नैविगेशन सिस्टम आ गया, इंटरनेट बेस्ड सिस्टम आ गया। हथेली दे नाल ही साडे मोबाइल दे विच ही कंपस हो जाती है। इस तरह ही गूगल मैप्स चल पाते नेगे जिहदी मदद दे नाल असीं की है जिहड़े अपने रास्ते लभ लैंदे हैगे आ। पर पुराने समयां दे विच जिहड़ा असीं कंस्टलेशन दी मदद दे नाल ਧਰੁਵ ਤਾਰੇ ਦੀ ਮਦਦ ਦੇ ਨਾਲ, क्योंकि ਧਰੁਵ ਤਾਰਾ ਹਮੇਸ਼ਾ ਜਿਹੜਾ ਉੱਤਰੀ ਦਿਸ਼ਾ ਦੇ ਵਿੱਚ ਹੁੰਦਾ ਜਿਸ ਨੂੰ ਨਾਰਥ ਸਟਾਰ ਦੇ ਵਜੋਂ ਵੀ ਜਾਣਿਆ ਜਾਂਦਾ ਹੈਗਾ। सो उस दी मदद दे नाल असीं की है डायरैक्शनस है वो लभ सकदे सीगे।
ਸੋ ਅੱਜ ਕੱਲ ਵੀ ਜਿੱਥੇ ਨੈਟਵਰਕ ਨਹੀਂ ਪਹੁੰਚਦਾ ਹਜੇ ਕਈਆਂ ਜਿਹੜੇ ਜਗ੍ਹਾ ਨੇ ਹੈਗੀਆਂ ਨੇ ਜਿੱਥੇ ਰਿਮੋਟ ਜਗ੍ਹਾਵਾਂ ਹੈਗੀਆਂ ਨੇ ਜਿੱਥੇ ਨੈਟਵਰਕ ਨਹੀਂ ਪਹੁੰਚਦਾ ਉੱਥੇ ਜਿਹੜੇ ਹੈਗੇ ਨੇਗੇ ਉਹ ਇਸ ਤਰ੍ਹਾਂ ਦੀਆਂ ਸਾਨੂੰ ਜਿਹੜੇ ਪੋਲ ਸਟਾਰਸ ਹੀ ਕੰਮ ਆਉਂਦੇ ਨੇਗੇ ਪੋਲ ਸਟਾਰ ਹੀ ਕੰਮ ਆਉਂਦਾ ਹੈ ਕਿ ਉੱਥੋਂ ਅਸੀਂ ਡਾਇਰੈਕਸ਼ਨਸ ਫਾਈਂਡ ਆਊਟ ਕਰ ਸਕੇ। ਸੋ ਇਹ ਅੱਗੇ ਜਿਹੜੀ ਇੱਕ ਆਪਾਂ ਗੱਲ ਕਰਦੇ ਹਾਂ ਕਿ ਜਿਹੜੀਆਂ ਆਕਾਸ਼ੀ ਪਿੰਡ ਨੇ ਜਿਹੜੇ ਜਿਨ੍ਹਾਂ ਦੀ ਆਪਣੀ ਹੀਟ ਅਤੇ ਲਾਈਟ ਨਹੀਂ ਹੁੰਦੀ ਉਹਨਾਂ ਤੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਆਂਗੇ ਗ੍ਰਹਿ ਕਹਿੰਦੇ ਆ ਜਿਹੜਾ ਸਾਡਾ ਪਹਿਲਾ ਚੈਪਟਰ ਹੈ ਗ੍ਰਹਿਾਂ ਵਾਲਾ ਪਲੈਨਟਸ ਅਰਥ ਬਾਰੇ ਆਪਾਂ ਗੱਲ ਕਰਾਂਗੇ ਬਾਅਦ ਦੇ ਵਿੱਚ ਆਪਾਂ ਅਗਲੇ ਸੈਸ਼ਨ ਦੇ ਵਿੱਚ ਕਰਾਂਗੇ। ਸੋ ਇਹ ਵਿਦਿਆਰਥੀਓ ਆਕਾਸ਼ੀ ਪਿੰਡ ਜਿਨ੍ਹਾਂ ਦੀ ਆਪਣੀ ਗਰਮੀ ਅਤੇ ਰੌਸ਼ਨੀ ਨਹੀਂ ਹੁੰਦੀ ਅਤੇ ਤਾਰਿਆਂ ਦੀ ਰੌਸ਼ਨੀ ਨਾਲ ਉਹ ਪ੍ਰਕਾਸ਼ਿਤ ਹੁੰਦੇ ਹਨ ਜਿਵੇਂ ਧਰਤੀ ਦੀ ਗੱਲ ਕਰਦੇ ਹਾਂ ਅਸੀਂ ਤਾਂ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਗ੍ਰਹਿ ਕਹਿੰਦੇ ਆ। ਠੀਕ ਹੈ, ਸੋ ਉਸ ਨੂੰ ਅਸੀਂ ਗ੍ਰਹਿ ਕਹਿੰਦੇ ਆ। तो उस तो बाद ਅਸੀਂ ਜਿਹੜਾ ਅਸੀਂ ਸੋਲਰ ਸਿਸਟਮ ਦੇ ਬਾਰੇ ਥੋੜੀ ਜੀ ਗੱਲ ਕਰਦੇ ਹਾਂ ਕਿ ਸੂਰਜ ਮੰਡਲ ਹੈ ਜਿਹੜਾ ਉਹ ਕੀ ਹੈ ਸੂਰਜ ਮੰਡਲ ਅਸਲ ਦੇ ਵਿੱਚ ਕੀ ਹੈ। ਤਾਂ ਸੂਰਜ ਮੰਡਲ ਦੇ ਵਿੱਚ ਅਸੀਂ ਜੇ ਆਪਾਂ ਅੰਗਰੇਜ਼ੀ ਚ ਗੱਲ ਕਰੀਏ ਤਾਂ the solar system is made up of sun, 8 planets, satellites and other celestial bodies ਜਿਹਦੇ ਵਿੱਚ ਮੈਟਰੋਇਡਸ ਵੀ ਆ ਗਏ ਐਸਟਰੋਇਡਸ ਵੀ ਆ ਗਏ ਅਤੇ ਬਹੁਤ ਸਾਰੇ ਜਿਹੜੇ ਹੋਰ ਆਕਾਸ਼ੀ ਪਿੰਡ ਨੇ ਉਹ ਸਾਰੇ ਆ ਜਾਂਦੇ ਨੇਗੇ। ਠੀਕ ਹੈ, ਸੋ ਉਹਦੇ ਵਿੱਚ ਆਕਾਸ਼ੀ ਪਿੰਡ ਸਾਰੇ ਦੇ ਸਾਰੇ ਆ ਜਾਂਦੇ ਨੇ। ਸੋ ਉਸ ਨੂੰ ਅਸੀਂ ਸੂਰਜ ਮੰਡਲ ਕਹਿੰਦੇ ਆ ਅੰਗਰੇਜ਼ੀ ਵਿੱਚ ਸੋਲਰ ਸਿਸਟਮ ਕਹਿੰਦੇ ਆ। ਸੋ ਅੱਗੇ ਅਸੀਂ ਇਹਦੀ ਜਿਹੜੀ ਤਸਵੀਰ ਹੈ ਤੁਹਾਡੇ ਸਾਹਮਣੇ ਇੱਕ ਨਜ਼ਰ ਕਰਦੇ ਆ। ਸੋ ਇਹਦੇ ਵਿੱਚ ਦੇਖੋ ਤੁਸੀਂ ਇੱਥੇ ਸਨ ਹੈ। ਠੀਕ ਹੈ, ਸੋ ਆ 4 ਪਲੈਨਟਸ ਇੱਥੇ ਹੈਗੇ ਨੇਗੇ। ਠੀਕ ਹੈ, ਉਸ ਤੋਂ ਬਾਅਦ 4 ਪਲੈਨਟਸ ਇੱਥੇ ਹੈਗੇ ਨੇਗੇ। ਠੀਕ ਹੈ, ਸੋ ਇੱਥੋਂ ਜਿਹੜੇ ਐਸਟਰੋਇਡਸ ਨੇਗੇ ਇੱਥੇ ਐਸਟਰੋਇਡਸ ਹੈਗੇ ਆ ਤੇ ਇਸ ਬਾਹਰਲੇ ਪਾਸੇ ਕੁਇਪਰ ਬੈਲਟ ਹੈਗੀ ਹੈ। ਸੋ ਜਿਹਦੇ ਵਿੱਚ ਤਾਰੇ ਤੇ ਪਲੂਟੋ ਇੱਥੇ ਇੱਕ ਡਵਾਰਫ ਪਲੈਨਟ ਦੇ ਤੌਰ ਤੇ ਜਿਹੜਾ ਉਹ ਕੰਮ ਕਰ ਰਿਹਾ ਹੈਗਾ। ਸੋ ਇਹ ਜਿਹੜੀ ਤਸਵੀਰ ਤੋਂ ਤੁਹਾਨੂੰ ਕਲੀਅਰ ਹੋਊਗਾ ਕਿ ਜਿਹੜਾ ਸੂਰਜ ਮੰਡਲ ਦੇ ਵਿੱਚ ਹੈ ਜਿਹੜਾ ਇਹ ਸਾਰੇ ਜਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ। ਕੇਵਲ ਇੰਨੀਆਂ ਹੀ ਨਹੀਂ, ਮੈਂ ਇੱਥੇ ਇੱਕ ਸਟ੍ਰੈਸ ਦੇ ਕੇ ਦੁਬਾਰਾ ਕਹਾਂਗਾ ਕਿ ਆਕਾਸ਼ੀ ਪਿੰਡ ਬਹੁਤ ਤਰ੍ਹਾਂ ਦੇ ਹੁੰਦੇ ਨੇ। ਕਈ ਆਕਾਸ਼ੀ ਪਿੰਡਾਂ ਬਾਰੇ ਤਾਂ ਅਸੀਂ ਖੋਜ ਹਜੇ ਤੱਕ ਕੀਤੀ ਨਹੀਂ ਹੈਗੀ, ਹਜੇ ਤੱਕ ਖੋਜ ਹੈ ਉਹਨਾਂ ਦੀ ਜਾਰੀ ਹੈ। ਸੋ ਇਹਨਾਂ ਦਾ ਜਿਹੜਾ ਸੈਂਟਰ ਕੀ ਹੈ ਸੋਲਰ ਸਿਸਟਮ ਦਾ ਉਹ ਕੀ ਹੈਗਾ ਸੂਰਜ ਹੈ। ਠੀਕ ਹੈ, ਸੋ ਜਿਹੜਾ ਕਿ ਇੱਕ ਬਹੁਤ ਸਾਰੀਆਂ ਜਿਹੜੀਆਂ ਹਾਈਡਰੋਜਨ ਅਤੇ ਹੀਲੀਅਮ ਜਿਹੜੀਆਂ ਗੈਸਾਂ ਉਹਦੇ ਵਿੱਚ ਜਿਹੜੀਆਂ ਚੇਨ ਰਿਐਕਸ਼ਨ ਹੈ ਲਗਾਤਾਰ ਚੱਲਦੀ ਰਹਿੰਦੀ ਹੈ। ਸੋ ਚੇਨ ਰਿਐਕਸ਼ਨ ਦੇ ਨਾਲ ਹੈ ਜਿਹੜਾ ਉਹ ਅੱਗੇ ਜਿਹੜੇ ਆਪਣੇ ਫਲੇਅਰਸ ਹੈ ਉਹ ਸੂਰਜ ਲਗਾਤਾਰ ਹੈ ਉਹ ਕਰਦਾ ਰਹਿੰਦਾ ਹੈਗਾ। ਤੇ ਇਹ ਸੂਰਜ ਇੱਕ ਆਪਣੀ ਜਿਹੜੀ ਪੁਲਿੰਗ ਫੋਰਸ ਹੈ ਜਿਹੜੀ ਸੋਲਰ ਸਿਸਟਮ ਨੂੰ ਪੂਰੇ ਨੂੰ ਦਿੰਦਾ ਹੈਗਾ। ਪੁਲਿੰਗ ਫੋਰਸ ਤੁਸੀਂ ਗ੍ਰੈਵਿਟੇਸ਼ਨ ਜਿਹੜੀ ਕਹਿ ਸਕਦੇ ਆ ਗ੍ਰੈਵਿਟੇਸ਼ਨ ਜਿਹਦੇ ਨਾਲ ਜਿਹੜਾ ਬ੍ਰਹਿਮੰਡ ਹੈ ਪੂਰੇ ਦਾ ਸੋਲਰ ਸਿਸਟਮ ਹੈ ਜਿਹੜਾ ਆਪਣਾ ਪੂਰਾ ਸੌਰ ਮੰਡਲ ਦੇ ਵਿੱਚ ਜਿੰਨੇ ਵੀ ਗ੍ਰਹਿ ਆ ਉਹ ਇੱਕ ਪੱਥ ਦੇ ਉੱਪਰ ਇੱਕ ਆਰਬਿਟਸ ਦੇ ਉੱਪਰ ਹੈ ਜਿਹੜਾ ਐਲਿਪਟੀਕਲ ਆਰਬਿਟ ਦੇ ਵਿੱਚ ਹੈ ਜਿਹੜਾ ਉਹ ਘੁੰਮ ਰਹੇ ਨੇਗੇ। ਸੋ ਇਟ ਪ੍ਰੋਵਾਈਡ ਦਾ ਪੁਲਿੰਗ ਫੋਰਸ ਦੈਟ ਬਾਈਂਡਸ ਦਾ ਸੋਲਰ ਸਿਸਟਮ ਜਿਹੜਾ ਇੱਕ ਦੂਜੇ ਨਾਲ ਕੀ ਹੈ ਉਹ ਜੁੜਿਆ ਹੋਇਆ ਹੈਗਾ। ਸੋ ਪੰਜਾਬੀ ਦੇ ਵਿੱਚ ਲਿਖਿਆ ਹੀ ਹੋਇਆ ਤੁਹਾਨੂੰ ਬੱਚਿਆਂ ਨੂੰ ਕਲੀਅਰ ਹੈ ਕਿ ਸੂਰਜ ਅਤੇ ਸੂਰਜੀ ਪਰਿਵਾਰ ਇੱਕ ਸੂਰਜ ਇੱਕ ਜਿਹੜਾ ਉਹ ਕੇਂਦਰ ਹੈ। ਸੋ ਇਹ ਬਹੁਤ ਵੱਡੇ ਆਕਾਰ ਦਾ ਹੈ ਅਤੇ ਗਰਮ ਗੈਸਾਂ ਦਾ ਬਣਿਆ ਹੋਇਆ ਹੈ। ਠੀਕ ਹੈ, ਸੋ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਜਿਹੜਾ ਫਲੈਸ਼ ਅਸੀਂ ਕੀਤਾ ਹੈਗਾ। ਸੋ ਉਸ ਤੋਂ ਬਾਅਦ ਜਿਹੜੇ ਇਹਦੇ ਥੋੜੇ ਮੋਟੇ ਅਸੀਂ ਅੱਜ ਜਿਹੜੀ ਗੱਲਬਾਤ ਕਰਾਂਗੇ ਸਾਡੇ ਕੋਲ 7-8 ਮਿੰਟ ਹੋਰ ਨੇ ਥੋੜਾ ਜਿਹਾ ਬੱਚਿਆਂ ਨਾਲ ਵੀ ਜਿਹੜਾ ਸੈਸ਼ਨ ਹੈ ਅਸੀਂ ਕੰਡਕਟ ਕਰਨਾ ਹੈਗਾ। ਸੋ ਇਸ ਦੇ ਵਿੱਚ ਜਿਹੜੇ ਹੈਗੇ ਨੇ 8 ਗ੍ਰਹਿ ਤਾਂ ਇੱਕ ਅਸੀਂ ਡਵਾਰਫ ਪਲੈਨਟ ਹੈ ਜਿਹੜਾ ਅਸੀਂ ਕਹਿ ਦਿੰਦੇ ਹਾਂ ਪਲੂਟੋ। ਪਹਿਲਾਂ ਉਹਨੂੰ ਪਲੈਨਟ ਮੰਨਿਆ ਜਾਂਦਾ ਸੀਗਾ। ਸੋ ਅੱਜ ਕੱਲ ਉਸਨੂੰ ਡਵਾਰਫ ਪਲੈਨਟ ਦੇ ਤੌਰ ਤੇ ਜਾਣਿਆ ਜਾਂਦਾ ਹੈਗਾ। ਸੋ देयर आर 8 planets in our solar system। ਉਹ ਕਿਹੜੇ ਹੈਗੇ ਨੇ ਸੋ ਮੈਂ ਇੱਥੇ ਹਾਈਲਾਈਟ ਕਰ ਰਿਹਾ ਹੈਗਾ। ਸੋ ਉਹਦੇ ਵਿੱਚ ਅਸੀਂ ਪੰਜਾਬੀ ਦੇ ਵਿੱਚ ਅਸੀਂ ਜੇਕਰ ਗੱਲ ਕਰੀਏ ਜਿਵੇਂ ਇੱਥੇ ਤੁਹਾਨੂੰ ਦੇਖ ਰਹੇ ਨੇਗੇ ਮਰਕਰੀ, ਵੀਨਸ, ਅਰਥ, ਮਾਰਸ, ਜੁਪੀਟਰ, ਸੈਟਰਨ, ਯੂਰੇਨਸ ਅਤੇ ਨੈਪਚੂਨ। ਠੀਕ ਹੈ, ਸੋ ਜਿਹੜੇ ਸਾਡੇ ਕੋਲ ਪਲੈਨਟਸ ਹੈਗੇ ਨੇਗੇ ਸੋ ਇਹਨਾਂ ਦੇ ਅੱਗੇ ਪੰਜਾਬੀ ਦੇ ਨਾਮ ਨੇ ਜਿਹੜੇ ਬ੍ਰਹਸਪਤੀ, ਮੰਗਲ, ਬੁੱਧ, ਸ਼ੁੱਕਰ, ਸ਼ਨੀ, ਅਰੁਣ, ਵਰੁਣ। ਠੀਕ ਹੈ, ਸੋ ਇਹ ਜਿਹੜੇ ਨਾਮ ਨੇ ਤੁਹਾਨੂੰ ਦਿੱਤੇ ਹੋਏ ਨੇ। ਸੋ ਬ੍ਰਹਸਪਤੀ ਨੂੰ ਜਿਵੇਂ ਕਿੰਗ ਆਫ ਗॉड्स ਦੇ ਨਾਮ ਤੇ ਜਾਣਿਆ ਜਾਂਦਾ ਹੈਗਾ। ਸੋ ਇਸੇ ਤਰ੍ਹਾਂ ਹੀ ਮੰਗਲ ਨੂੰ ਦ ਗॉड ਆਫ ਵਾਰ ਦੇ ਨਾਮ ਤੇ ਜਾਣਿਆ ਜਾਂਦਾ ਹੈਗਾ। ਐਂਡ ਇਸੇ ਤਰ੍ਹਾਂ ਹੀ ਬੁੱਧ ਨੂੰ ਹੈ ਜਿਹੜਾ ਮੈਸੇਂਜਰ ਆਫ ਦਾ ਗॉड्स ਦੇ ਨਾਮ ਤੇ ਜਾਣਿਆ ਜਾਂਦਾ ਹੈ। ਐਂਡ ਤੇ ਸ਼ੁੱਕਰ ਨੂੰ ਹੈ ਜਿਹੜਾ ਉਹ ਦ ਗॉडेस ਆਫ ਲਵ ਐਂਡ ਬਿਊਟੀ ਠੀਕ ਹੈ ਉਹਦੇ ਨਾਮ ਤੇ ਜਾਣਿਆ ਜਾਂਦਾ ਹੈ। ਤੇ ਸ਼ਨੀ ਨੂੰ ਦ ਫਾਦਰ ਆਫ ਜੁਪੀਟਰ
ਐਂਡ ਦ ਗੋਡ ਆਫ ਐਗਰੀਕਲਚਰ। ਸੋ ਕੋਈ ਵੀ ਜਿਹੜੇ ਖੇਤੀ ਨਾਲ ਸੰਬੰਧਿਤ ਰੱਖਦੇ ਨੇਗੇ, ਸੋ ਉਹ ਸ਼ਨੀ ਦੇਵਤਾ ਨੂੰ ਜਿਹੜਾ ਪਹਿਲਾਂ ਪੂਜ ਕੇ ਅਸੀਂ ਵੀ ਸ਼ਨੀ ਨਾ ਭਾਰੀ ਪਵੇ ਸਾਡੇ ਤੇ, ਸੋ ਉਹ ਜਿਹੜੇ ਹੈਗੇ ਨੇ ਕਿ ਮਿਥੋਲੋਜੀ ਦੇ ਨਾਲ ਕੁਛ ਨਾ ਕੁਛ ਜੁੜਿਆ ਹੋਇਆ ਹੈਗਾ। ਸੋ ਉਹਦੇ ਨਾਲ ਹੈ ਜਿਹੜਾ ਅਸੀਂ ਗੱਲਬਾਤ ਹੈ ਕਦੇ ਫਿਰ ਇਸ ਵਿਸ਼ੇ ਤੇ ਕਰਾਂਗੇ ਕਿ ਕਿਵੇਂ ਜਿਹੜੀਆਂ ਇਹ ਟਰਮੀਨੋਲੋਜੀਜ਼ ਨੇਗੀਆਂ ਉਹ ਕਿਵੇਂ ਕਿੰਗ ਆਫ ਗॉड्स ਜੁਪੀਟਰ ਨੂੰ ਕਿਉਂ ਕਿਹਾ ਜਾਂਦਾ ਹੈ, ਗॉड ਆਫ ਵਾਰ ਮਾਰਸ ਨੂੰ ਕਿਉਂ ਕਿਹਾ ਜਾਂਦਾ ਹੈ, ਇਸੇ ਤਰ੍ਹਾਂ ਹੀ ਬੁੱਧ ਨੂੰ ਜਿਹੜਾ ਹੈਗਾ ਮੈਸੇਂਜਰ ਆਫ ਗॉड्स ਕਿਉਂ ਕਿਹਾ ਜਾਂਦਾ ਹੈ। ਬਾਅਦ ਦੇ ਵਿੱਚ ਗੱਲਾਂ ਕਰਾਂਗੇ ਕਿਉਂਕਿ ਅੱਜ ਇੱਕ ਮੈਂ ਤੁਹਾਡਾ ਜਿਹੜਾ ਇੰਟਰੋਡਕਟਰੀ ਸੈਕਸ਼ਨ ਹੈ ਜਿਹੜਾ ਸੋਲਰ ਸਿਸਟਮ ਦਾ ਉਹਦੇ ਬਾਰੇ ਚ ਹੀ ਗੱਲ ਕਰਾਂਗੇ। ਸੋ ਜਿਹੜੇ ਪਲੈਨਟਸ ਨੇ ਜਿਹੜੇ ਪਹਿਲੇ 4 ਹੈਗੇ ਨੇ ਇਨਰ ਪਲੈਨਟਸ, ਉਹਨਾਂ ਦੇ ਬਾਰੇ ਗੱਲ ਹੈਗੀ ਹੈ। ਸੋ ਦਾ ਇਨਰ ਪਲੈਨਟਸ ਦੇ ਵਿੱਚ ਕਿਹੜੇ ਕਿਹੜੇ ਆ ਜਾਂਦੇ ਆ ਇਹਦੇ ਵਿੱਚ ਵਿਦਿਆਰਥੀਓ, ਤੁਸੀਂ ਦੇਖ ਰਹੇ ਹੋ ਕਿ ਇੱਕ ਮਰਕਰੀ ਆ ਜਾਂਦਾ ਹੈਗਾ, ਦੂਸਰਾ ਵੀਨਸ ਆ ਜਾਂਦਾ ਹੈ, ਤੀਸਰਾ ਅਰਥ ਆ ਜਾਂਦਾ ਤੇ ਚੌਥਾ ਮਾਰਸ। ਇਹਨਾਂ ਨੂੰ ਅਸੀਂ ਅੰਦਰੂਨੀ ਪਲੈਨਟਸ ਵੀ ਕਹਿ ਸਕਦੇ ਹਾਂ। ਸੋ ਇੱਥੇ ਤੁਸੀਂ ਦੇਖ ਰਹੇ ਹੋ ਕਿ ਅੱਗੇ ਅਸੀਂ ਟੇਬਲ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਇੱਕ PDF ਵੀ ਸ਼ੇਅਰ ਕਰਾਂਗੇ। ਤੁਸੀਂ ਇਸ ਸੈਸ਼ਨ ਤੋਂ ਬਾਅਦ ਹੈ ਜਿਹੜਾ ਉਹ ਡਾਊਨਲੋਡ ਕਰ ਸਕੋਗੇ ਉਸ ਲਿੰਕ ਤੋਂ 15-20 ਮਿੰਟਾਂ ਬਾਅਦ। ਸੋ ਮਰਕਰੀ ਦਾ ਜਿਹੜਾ ਅੱਗੇ ਜਿਹੜਾ ਇਹ ਦਿਨਾਂ ਦੇ ਵਿੱਚੋਂ ਪੂਰੀ ਕਰਦਾ ਹੈਗਾ, ਸੋ ਅੱਗੇ ਸਾਰੇ ਟੇਬਲ ਨੂੰ ਅਸੀਂ ਡਿਸਕਸ ਕਰਾਂਗੇ। ਤਾਂ ਇਸੇ ਤਰ੍ਹਾਂ ਜਿਹੜੇ ਆਊਟਰ ਪਲੈਨਟਸ ਨੇਗੇ ਉਹਦੇ ਵਿੱਚ ਜੁਪੀਟਰ, ਠੀਕ ਹੈ, ਸੋ ਇਸੇ ਤਰ੍ਹਾਂ ਹੀ ਸੈਟਰਨ, ਯੂਰੇਨਸ ਅਤੇ ਨੈਪਚੂਨ ਆ ਜਾਂਦਾ ਹੈਗਾ, ਠੀਕ ਹੈ। ਸੋ ਇਹ 4 ਪਲੈਨਟਸ ਨੇ ਜਿਹੜੇ ਇਹ 4 ਪਲੈਨਟਸ ਨੇਗੇ ਆਊਟਰ ਪਲੈਨਟਸ ਨੇਗੇ ਤੇ 4 ਪਲੈਨਟਸ ਨੇ ਜਿਹੜੇ ਇਹ ਇਨਰ ਪਲੈਨਟਸ ਨੇ। ਇਹ ਜਿਹੜੇ ਸੂਰਜ ਦੇ ਬੜੇ ਨੇੜੇ ਹੈਗੇ ਆ ਅਤੇ ਇਹ ਸਾਰੇ ਦੇ ਸਾਰੇ ਕਿਹਦੇ ਬਣੇ ਹੋਏ ਆ, ਰੌਕਸ ਦੇ ਬਣੇ ਹੋਏ ਆ, ਚਟਾਨਾਂ ਦੇ ਬਣੇ ਹੋਏ ਆ। ਇਸ ਚਟਾਨਾਂ ਦੇ ਬਣੇ, ਇਹਨਾਂ ਦੀ ਖਾਸੀਅਤ ਇਹ ਹੈ ਕਿ ਇਹ ਜਿਹੜੇ ਪਲੈਨਟਸ ਨੇਗੇ ਇਹ ਚਟਾਨਾਂ ਦੇ ਬਣੇ ਹੋਏ ਨੇ। ਦੂਸਰੀ ਗੱਲ, ਇਹ ਨੇੜੇ ਨੇ ਸੂਰਜ ਦੇ, ਠੀਕ ਹੈ। ਸੋ ਇੱਥੇ ਜਿਹੜੀ ਡੈਂਸਿਟੀ ਹੈ, ਘਣਤਾ ਹੈ, ਉਹ ਜ਼ਿਆਦਾ ਹੈਗੀ ਹੈ, ਠੀਕ ਹੈ, ਕੰਪੇਅਰ ਟੂ ਦਾ ਅਦਰ 4 ਪਲੈਨਟਸ। ਮਰਕਰੀ, ਵੀਨਸ, ਅਰਥ ਅਤੇ ਮਾਰਸ ਦੇ ਉੱਪਰ ਜਿਹੜੀ ਡੈਂਸਿਟੀ ਜ਼ਿਆਦਾ ਹੈਗੀ ਹੈ। ਉਸ ਤੋਂ ਬਾਅਦ ਅਸੀਂ ਆਊਟਰ ਪਲੈਨਟਸ ਤੇ ਆ ਜਾਂਦੇ ਆ। ਇਹ ਸੂਰਜ ਤੋਂ ਦੂਰ ਨੇ, ਇਸ ਕਰਕੇ ਜਿਹੜੇ ਪਲੈਨਟਸ ਨੇਗੇ ਇਹ ਜਿਹੜੇ ਗੈਸਸ ਅਤੇ ਲਿਕੁਇਡਸ ਤੋਂ ਬਣੇ ਹੋਏ ਨੇਗੇ, ਗੈਸਸ ਅਤੇ ਲਿਕੁਇਡਸ ਤੋਂ ਜ਼ਿਆਦਾ ਬਣੇ ਹੋਏ ਨੇਗੇ। ਸੋ ਇਹਦੇ ਵਿੱਚ ਜੁਪੀਟਰ, ਸੈਟਰਨ, ਯੂਰੇਨਸ ਅਤੇ ਨੈਪਚੂਨ। ਅਤੇ ਇੱਥੇ ਜਿਹਦੀ ਘਣਤਾ ਹੈ, ਡੈਂਸਿਟੀ ਮਤਲਬ ਕਿ ਘਣਤਾ ਉਹ ਘੱਟ ਹੈਗੀ ਹੈ, ਠੀਕ ਹੈ। ਸੋ ਅੱਗੇ ਅਸੀਂ ਇਹਦੇ ਡਿਟੇਲ ਦੇ ਵਿੱਚ ਜਿਹੜਾ ਟੇਬਲ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸੋ ਇੱਥੇ ਵਿਦਿਆਰਥੀਓ ਤੁਸੀਂ ਆਪਣਾ ਕਾਪੀ ਪੈਨ ਲੈ ਕੇ ਲਿਖ ਵੀ ਸਕਦੇ ਹੈਗੇ ਹੋ, ਪਰ ਬਾਅਦ ਦੇ ਵਿੱਚ ਅਸੀਂ ਜਿਹੜਾ ਇਹ ਟੇਬਲ ਹੈ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ। PDF ਹੈ, ਜੇ ਤੁਸੀਂ YouTube ਲਿੰਕ ਤੋਂ ਹੀ ਡਾਊਨਲੋਡ ਕਰ ਸਕੋਗੇ। ਤੁਹਾਡੇ ਲਈ ਜਿਹੜਾ ਅਸੀਂ ਬਹੁਤ ਆਸਾਨ ਜਿਹੜਾ ਕਰਨ ਲੱਗੇ ਹਾਂ ਪੜ੍ਹਨਾ। ਤਾਂ ਇੱਥੇ ਤੁਸੀਂ ਦੇਖ ਰਹੇ ਹੋ ਕਿ ਮਰਕਰੀ ਹੈ ਜਿਹੜਾ ਸਭ ਤੋਂ ਪਹਿਲਾ ਪਲੈਨਟ, ਉਸ ਦੇ ਉੱਤੇ ਜਿਹੜਾ ਸਰਫੇਸ ਟੈਂਪਰੇਚਰ ਹੈ, ਜਿਵੇਂ ਧਰਤੀ ਦੇ ਉੱਤੇ ਆਪਾਂ ਗੱਲ ਕਰਦੇ ਹਾਂ ਵੀ +22 ਦਾ ਟੈਂਪਰੇਚਰ ਹੈ, ਤਾਂ ਸਰਫੇਸ ਟੈਂਪਰੇਚਰ ਹੈ ਜਿਹੜਾ ਸਾਡੇ ਧਰਤੀ ਦੇ ਉੱਪਰ ਹੈ ਉਹ ਮਰਕਰੀ ਦੇ ਉੱਪਰ ਉਹ +427 ਹੈ। ਤੁਸੀਂ ਹਿਸਾਬ ਲਗਾਓ, +448 ਡਿਗਰੀ ਦਾ ਤਾਪਮਾਨ ਚੱਲ ਰਿਹਾ, 42 ਤੋਂ ਲੈ ਕੇ 48 ਡਿਗਰੀ ਦਾ ਤਾਪਮਾਨ। ਤਾਂ ਅਸੀਂ ਜਿਹੜੇ ਬੌਲੇ ਹੋ ਜਾਂਦੇ ਆ, ਬੌਲੇ ਤਰ੍ਹਾਂ ਦੇ ਅਸੀਂ AC ਵੱਲ ਭੱਜਦੇ ਆ, ਕੂਲਰ ਵੱਲ ਭੱਜਦੇ ਆ, +427 ਤੇ ਕੀ ਹੁੰਦਾ ਹੋਊਗਾ। ਸੋ ਇਮੈਜਿਨ +427 ਤੇ ਕੀ ਹੁੰਦਾ ਹੋਊਗਾ ਮਰਕਰੀ। ਸੋ ਇਸ ਕਰਕੇ ਮਰਕਰੀ ਤੇ ਜਿਹੜਾ ਉਹ ਸਾਡੇ ਜਿਹੜਾ ਰਹਿਣ ਲਾਇਕ ਹੈ ਜਿਹੜਾ ਉਹ ਬਿਲਕੁਲ ਹੈ ਹੀ ਨਹੀਂ। ਹੋ ਗਿਆ। ਸੋ ਮਰਕਰੀ ਹੈ ਜਿਹੜਾ ਉਹ ਇਸ ਦੇ ਲਾਇਕ ਹੈ ਹੀ ਨਹੀਂ। ਸੋ ਅੱਗੇ ਜਿਹੜੀ ਅਸੀਂ ਗੱਲਬਾਤ ਕਰ ਰਹੇ ਹਾਂ, ਸੋ ਉਹ ਇਹਦੀ ਜਿਹੜੀ ਰੋਟੇਸ਼ਨ ਹੈ, ਜਿਹੜੀ ਆਪਣੀ ਜਿਹੜੀ ਗਤੀ ਹੈ ਜੀ, ਉਹ 58 ਦਿਨਾਂ ਦੇ ਵਿੱਚ ਜਿਹੜਾ ਇਹ ਇੱਕ ਰੋਟੇਸ਼ਨ ਪੂਰੀ ਕਰਦਾ ਹੈ ਆਪਣੀ ਧੁਰੀ ਦੇ ਆਲੇ ਦੁਆਲੇ। ਸੋ ਉਸ ਤੋਂ ਬਾਅਦ ਜਿਹੜੇ ਇਸ ਨੂੰ ਹੈਗੇ ਨੇ ਆਪਣੇ ਵਾਰਸ਼ਿਕ ਗਤੀ ਪੂਰੀ ਕਰਨ ਵਾਸਤੇ ਜਿਹੜਾ ਇਹਨੂੰ 87 ਦਿਨ ਲੱਗਦੇ ਨੇਗੇ। ਸੋ ਇਹਦਾ ਜਿਹੜਾ ਡਾਇਮੀਟਰ ਹੈਗਾ, ਵਿਆਸ ਹੈਗਾ ਉਹ 48,4878 ਕਿਲੋਮੀਟਰ ਹੈਗਾ ਤੇ ਇਹ 8ਵੀਂ ਪਲੇਸ ਤੇ ਆਉਂਦਾ ਹੈਗਾ। ਸੋ ਇਹਦਾ ਜਿਹੜਾ ਆਕਾਰ ਹੈ ਉਹ 8ਵੀਂ ਪਲੇਸ ਤੇ ਆਉਂਦਾ ਹੈਗਾ। ਤਾਂ ਇਹਦਾ ਕੋਈ ਵੀ ਜਿਹੜਾ ਹੈਗਾ ਉਹ ਚੰਦਰਮਾ ਨਹੀਂ ਹੈਗਾ। ਸੋ ਇਸ ਬਹੁਤੀ ਜਿਹੜੀ ਡਿਟੇਲ ਹੈ ਆਪਾਂ ਫੇਰ ਗੱਲ ਕਰਾਂਗੇ, ਕਿਉਂਕਿ ਸਾਡੇ ਕੋਲ ਮੈਂ ਬਾਰ-ਬਾਰ ਖੇਦ ਮੰਗਦਾ ਕਿਸੇ ਨੈਟਵਰਕ ਦੀ ਦਿੱਕਤ ਕਾਰਨ ਹੈ ਉਹ ਜਿਹੜਾ ਇੰਟਰਨੈਟ ਟੁੱਟ ਜਾਂਦਾ ਹੈ, ਤਾਂ ਇਸ ਕਰਕੇ ਵਿਦਿਆਰਥੀਆਂ ਨੂੰ ਜਿਹੜਾ ਹੈਗਾ ਉਹ ਨਾਮੁਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਵਿੱਚ ਜਿਹੜੇ ਜਰਕਸ ਪੈ ਰਹੇ ਨੈਟਵਰਕ ਦੇ, ਪਰ ਅਸੀਂ ਕੰਟੀਨਿਊ
ਤੁਹਾਡੇ ਨਾਲ ਜੁੜੇ ਹੋਏ ਆ। ਸੋ ਇਸ ਕਰਕੇ ਤੁਸੀਂ ਵੀ ਸਾਡੇ ਨਾਲ ਜਿਹੜੀ ਜੁੜਨ ਦੀ ਕਿਰਪਾਲਤਾ ਕਰੋ। ਉਸ ਤੋਂ ਬਾਅਦ ਵੀਨਸ ਆ ਜਾਂਦਾ ਹੈ। ਵੀਨਸ ਦਾ ਜਿਹੜਾ ਸਰਫੇਸ ਟੈਂਪਰੇਚਰ ਹੈ +480, ਸੋ ਇਹ ਵੀ ਰਹਿਣਯੋਗ ਨਹੀਂ ਹੈ। ਤਾਂ ਇਹ ਜਿਹੜਾ ਹੈਗਾ ਆਪਣੀ ਧੁਰੀ ਦੇ ਦੁਆਲੇ 243 ਦਿਨਾਂ ਦੇ ਵਿੱਚ ਆਪਣੀ ਧੁਰੀ ਦੁਆਲੇ ਜਿਹੜਾ ਇੱਕ ਚੱਕਰ ਪੂਰਾ ਕਰਦਾ ਹੈਗਾ। ਸੋ ਉਸ ਤਰ੍ਹਾਂ ਹੀ ਜਿਹੜਾ ਆਪਣੀ ਸੂਰਜ ਦੇ ਇਰਦ ਗਿਰਦ ਜਿਹੜਾ ਇਹ 224 ਦਿਨਾਂ ਦੇ ਵਿੱਚ ਇੱਕ ਚੱਕਰ ਪੂਰਾ ਕਰਦਾ ਹੈਗਾ। ਸੋ ਉਸ ਨੂੰ ਵਾਰਸ਼ਿਕ ਗਤੀ ਜਿਵੇਂ ਆਪਾਂ ਕਹਿ ਦਿੰਦੇ ਹੈਗੇ ਆ, ਵਾਰਸ਼ਿਕ ਗਤੀ ਹੈ ਜਿਹੜੀ ਆਪਣੀ ਹੈ 224 ਦਿਨਾਂ ਦੇ ਵਿੱਚ ਪੂਰੀ ਕਰਦਾ ਹੈਗਾ ਰੈਵੋਲੂਸ਼ਨ। ਸੋ ਇਸੇ ਤਰ੍ਹਾਂ ਹੀ ਇਹਦੇ ਜਿਹੜਾ ਸਾਈਜ਼ ਹੈ, ਡਾਇਮੀਟਰ ਹੈ, ਜਿਹੜਾ ਇਹਦਾ ਵਿਆਸ ਹੈ ਉਹ 12104 ਹੈ, ਜਿਹੜਾ ਉਹ ਇਹਦਾ ਕਿਲੋਮੀਟਰ ਦਾ ਵਿਆਸ ਹੈ। ਇਹਦਾ ਜਿਹੜਾ 6ਵਾਂ ਸਥਾਨ ਹੈ ਜਿਹੜਾ ਉਹ ਆਉਂਦਾ ਹੈਗਾ, ਇਹ 6ਵੇਂ ਨੰਬਰ ਤੇ ਆਉਂਦਾ। ਤੇ ਇਹਦਾ ਵੀ ਕੋਈ ਵੀ ਜਿਹੜਾ ਚੰਦਰਮਾ ਨਹੀਂ ਹੈਗਾ, ਇਹਦਾ ਵੀ ਜਿਹੜਾ ਕੋਈ ਵੀ ਉਪਗ੍ਰਹਿ ਨਹੀਂ ਹੈਗਾ। ਤਾਂ ਉਸ ਤੋਂ ਬਾਅਦ ਅਗਲੇ ਗ੍ਰਹਿ ਤੇ ਆਉਣੇ ਅਸੀਂ ਧਰਤੀ, ਜਿਸ ਤੇ ਅਸੀਂ ਰਹਿੰਦੇ ਆਂਗੇ। ਸੋ ਇਸ ਦੇ ਉੱਪਰ ਵਿਦਿਆਰਥੀ ਤੁਸੀਂ ਦੇਖ ਰਹੇ ਹੋ ਕਿ +22 ਦਾ ਜਿਹੜਾ ਤਾਪਮਾਨ ਹੈ, ਜਿਹੜਾ ਕਿ ਬਹੁਤ ਅਨੁਕੂਲ ਹੈ, ਜਿੱਥੇ ਰਿਹਾ ਜਾ ਸਕਦਾ ਹੈ, ਅਤੇ ਇਸ ਨੂੰ ਜਿਹੜਾ ਆਪਣੀ ਧੁਰੀ ਦੇ ਆਲੇ ਦੁਆਲੇ ਚੱਕਰ ਕੱਟਣ ਲਈ 23 ਘੰਟੇ 56 ਮਿੰਟਾਂ ਦੇ ਤੇ 4 ਸਕਿੰਟਾਂ ਦਾ ਸਮਾਂ ਲੱਗਦਾ ਹੈ। ਇਹ ਜਿਹੜਾ ਡਾਟਾ ਹੈ ਅਸੀਂ ਪੂਰੇ ਦਾ ਪੂਰਾ ਰਾਊਂਡ ਫਿਗਰ 'ਚ ਲਿਆ ਹੈ। ਤਾਂ ਬਹੁਤਿਆਂ ਥਾਵਾਂ ਤੇ ਤੁਹਾਨੂੰ ਡਾਟਾ ਜਿਹੜਾ ਹੈਗਾ ਉਹ ਪੁਆਇੰਟਾਂ ਦੇ ਵਿੱਚ ਵੀ ਮਿਲੂਗਾ। ਸੋ ਤੁਹਾਡੇ ਲਈ ਜਿਹੜਾ ਇਹ ਅਨੁਕੂਲ ਡਾਟਾ ਹੈ, ਇਸ ਕਰਕੇ ਅਸੀਂ ਇਸ ਨੂੰ ਬਹੁਤਾ ਜਿਹੜਾ ਉਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈ, ਜਿਹੜਾ ਬਿਲਕੁਲ ਐਕੂਰੇਸੀ ਦੇ ਨੇੜੇ ਤੇੜੇ ਹੈਗਾ। ਸੋ ਪੁਆਇੰਟਾਂ ਦੇ ਵਿੱਚ ਅਸੀਂ ਖਤਮ ਕਰਕੇ ਅਸੀਂ ਇਸ ਨੂੰ ਜਿਹੜਾ ਹੈਗਾ ਡਾਟੇ ਨੂੰ ਪ੍ਰੈਜ਼ੈਂਟ ਕੀਤਾ ਹੈਗਾ, ਕਿਉਂਕਿ ਵਿਦਿਆਰਥੀਆਂ ਨੂੰ ਜਿਹੜਾ ਯਾਦ ਰੱਖਣਾ ਹੈ ਜਿਹੜਾ ਉਹ ਆਸਾਨ ਹੋ ਜਾਵੇ। ਸੋ ਇਸ ਕਰਕੇ ਇਹ ਡਾਟਾ ਰਾਊਂਡ ਫਿਗਰਸ ਦੇ ਵਿੱਚ ਹੀ ਤੁਹਾਨੂੰ ਜਿਹੜਾ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। 365 ਦਿਨ ਜਿਹੜੇ ਧਰਤੀ ਨੂੰ ਲੱਗਦੇ ਨੇਗੇ ਆਪਣੀ ਵਾਰਸ਼ਿਕ ਗਤੀ ਪੂਰੀ ਕਰਨ ਦੇ ਲਈ। ਤੇ ਇਸ ਨੂੰ ਜਿਹੜਾ ਵਿਆਸ ਹੈ ਉਹ 12756 ਕਿਲੋਮੀਟਰ ਦਾ ਹੈਗਾ। ਤਾਂ ਇਹ 5ਵੇਂ ਸਥਾਨ ਤੇ ਆਉਂਦਾ ਤੇ ਇਹਦਾ ਇੱਕ ਜਿਹੜਾ ਹੈਗਾ ਉਹ ਚੰਦਰਮਾ ਹੈਗਾ, ਜਿਸ ਨੂੰ ਅਸੀਂ ਮੂਨ ਕਹਿੰਦੇ ਹੈਗੇ, ਚੰਦਰਮਾ ਹੀ ਕਹਿ ਦਿੰਦੇ ਹੈਗੇ ਆ, ਜਿਹੜਾ ਰਾਤ ਨੂੰ ਸਾਨੂੰ ਰੋਜ਼ ਦਿਖਦਾ ਹੈ। ਉਸ ਤੋਂ ਬਾਅਦ ਅਸੀਂ ਮਾਰਸ ਤੇ ਆਉਂਦੇ ਹਾਂ, ਮੰਗਲ ਗ੍ਰਹਿ ਤੇ। ਇਹਦਾ ਸਰਫੇਸ ਟੈਂਪਰੇਚਰ -23 ਹੈਗਾ। ਤਾਂ ਇਸ ਨੂੰ 1.025 ਦਿਨ ਜਿਹੜੇ ਉਹ ਲੱਗਦੇ ਨੇ ਆਪਣੀ ਜਿਹੜੀ ਰੋਟੇਸ਼ਨ ਪੂਰੀ ਕਰਨ ਦੇ ਲਈ। ਤੇ 687 ਦਿਨਾਂ ਦੇ ਵਿੱਚ ਇਹ ਸੂਰਜ ਦੇ ਇਰਦ ਗਿਰਦ ਜਿਹੜਾ ਆਪਣਾ ਚੱਕਰ ਪੂਰਾ ਕਰਦਾ ਹੈਗਾ। ਤੇ ਇਹਦਾ ਜਿਹੜਾ ਡਾਇਮੀਟਰ ਹੈਗਾ ਉਹ 6787 ਜਿਹੜਾ ਕਿਲੋਮੀਟਰ ਦਾ ਹੈਗਾ। ਇਹਦਾ ਸਾਈਜ਼ ਪੱਖੋਂ ਇਹ ਜਿਹੜਾ 7ਵੇਂ ਨੰਬਰ ਤੇ ਆਉਂਦਾ ਹੈ ਤੇ ਇਸ ਦੇ 2 ਚੰਦਰਮਾ ਨੇ। ਉਸ ਤੋਂ ਬਾਅਦ ਅਸੀਂ ਜੁਪੀਟਰ ਦੀ ਗੱਲ ਕਰਦੇ ਹਾਂ। ਸੋ ਜੁਪੀਟਰ ਦੇ ਬਾਰੇ 'ਚ ਜੇ ਗੱਲ ਕਰੀਏ ਤਾਂ ਇੱਥੇ ਮਾਈਨਸ, ਸਾਡੇ ਜਿਹੜੇ ਫ੍ਰਿਜ ਦੇ ਵਿੱਚ ਜਿਹੜਾ ਅਸੀਂ ਬਰਫ਼ ਜਮਾਉਂਦੇ ਹਾਂ ਵਿਦਿਆਰਥੀ, ਉਹਦੇ ਵਿੱਚ -7 ਤੱਕ ਦਾ ਜਿਹੜਾ ਟੈਂਪਰੇਚਰ ਹੁੰਦਾ ਹੈ, -7 ਤੱਕ, -6, -1 ਤੇ ਹੀ ਬਰਫ਼ ਜੰਮ ਜਾਂਦੀ ਹੈ। ਪਰ ਹਿਸਾਬ ਲਗਾਓ ਜਿੱਥੇ -150 ਹੁੰਦਾ ਹੋਊਗਾ ਤਾਂ ਉੱਥੇ ਕੀ ਹਸ਼ਰ ਹੁੰਦਾ ਹੋਊਗਾ। ਸੋ ਉੱਥੇ ਬੰਦੇ ਦਾ ਕੀ ਹਸ਼ਰ ਹੋਊਗਾ, ਤਾਂ ਬਿਲਕੁਲ ਰਹਿਣਯੋਗ। ਆਬਵੀਅਸਲੀ ਇੱਥੇ ਜਿਹੜੀਆਂ ਗੈਸਾਂ ਨੇ ਤੇ ਲਿਕੁਇਡ ਅਤੇ ਜਿਹੜੀਆਂ ਗੈਸਾਂ ਹੀ ਨੇ, ਇੱਥੇ ਬਿਲਕੁਲ ਵੀ ਰਹਿਣ ਦੀ ਜਿਹੜੀ ਉਮੀਦ ਹੈ ਜਿਹੜੀ ਉਹ ਜੁਪੀਟਰ ਤੇ ਨਹੀਂ ਹੈਗੀ। ਸੈਚਨ ਗਲੇਸ਼ੀਅਰ ਦੇ ਵਿੱਚ ਵੀ ਅਸੀਂ ਜਦੋਂ ਜੇਕਰ ਅਸੀਂ ਜਾਣਾ ਹੋਵੇ ਤਾਂ ਉੱਥੇ ਵੀ -40 ਦਾ ਤਾਪਮਾਨ ਹੈ, ਜਿੱਥੇ ਸਾਡੇ ਫੌਜੀ ਵੀਰ ਨੇ ਜਿਹੜੇ ਅੱਜ ਕੱਲ੍ਹ ਜਿਹੜੀ ਸਰਹੱਦ ਦੀ ਪੈਰਵਾਈ ਕਰ ਰਹੇ ਨੇ, ਸੋ ਉੱਥੇ ਵੀ -40 ਦਾ ਤਾਪਮਾਨ ਹੈ। ਸੋ ਉਦੋਂ ਵੀ ਜ਼ਿਆਦਾ ਨਹੀਂ ਥੱਲੇ ਪਾਰਾ ਥੱਲੇ ਡਿੱਗਦਾ, ਪਰ ਇੱਥੇ -150 ਤੇ ਤਾਂ ਜਿਹੜਾ ਹੈਗਾ ਤਾਪਮਾਨ ਹੈ, ਤੁਸੀਂ ਕੁਛ ਵੀ ਇੰਨਾ ਬਰਫ਼ ਹੈ ਜਿਹੜੀ ਬਰਫ਼ ਕੀ ਉਹਦਾ ਅਸੀਂ ਹਸ਼ਰ ਦੇਖ ਹੀ ਨਹੀਂ ਸਕਦੇ। ਸੋ ਸਾਡੀਆਂ ਅੱਖਾਂ ਤੋਂ ਉਹ ਪਰੇ ਹੈ। ਸੋ ਇਸ ਨੂੰ 9.9 ਜਿਹੜੇ ਘੰਟੇ ਲੱਗਦੇ ਨੇਗੇ ਆਪਣੀ ਜਿਹੜੀ ਧੁਰੀ ਦੇ ਆਲੇ ਦੁਆਲੇ, ਤੇ ਸੂਰਜ ਦੇ ਦੁਆਲੇ 11.9 ਸਾਲ 11 ਸਾਲ 9 ਮਹੀਨੇ ਇਹਨੂੰ ਲੱਗਦੇ ਹੈਗੇ ਨੇ। ਤਾਂ ਇਹਦਾ ਜਿਹੜਾ ਵਿਆਸ ਹੈ 1,40,000 ਹੈ ਤੇ ਇਹ ਸਭ ਤੋਂ ਜਿਹੜਾ ਵੱਡਾ ਗ੍ਰਹਿ ਹੈ। ਤਾਂ ਇਸ ਕਰਕੇ ਇਸ ਨੂੰ ਅਸੀਂ ਪਹਿਲੇ ਨੰਬਰ ਤੇ ਲੈਣੇ ਹੈਗੇ ਆ, ਇਸ ਨੂੰ ਅਸੀਂ ਪਹਿਲੇ ਨੰਬਰ ਤੇ ਲਵਾਂਗੇ। ਉਸ ਤੋਂ ਬਾਅਦ ਇਹਦੇ ਜਿਹੜੇ ਚੰਦਰਮਾ ਨੇ, ਸਭ ਤੋਂ ਵੱਧ ਚੰਦਰਮਾ ਇਸੇ ਦੇ ਹੀ ਨੇ, 79 ਜਿਹੜੇ ਇਹਦੇ ਚੰਦਰਮਾ ਨੇ, ਇੱਕ ਘੱਟ ਅਸੀਂ ਆਪਾਂ ਕਹਿ ਲਈਏ। ਸੋ ਉਸ ਤੋਂ ਬਾਅਦ ਸੈਟਰਨ ਤੇ ਅਸੀਂ ਆਉਂਦੇ ਹੈਗੇ। ਸੈਟਰਨ ਹੈ ਜਿਹੜੇ ਉਹ -180 ਦਾ ਤਾਪਮਾਨ ਹੈ, ਇਹਦਾ ਸਰਫੇਸ ਟੈਂਪਰੇਚਰ ਹੈਗਾ। ਸੋ ਇਸ ਨੂੰ ਆਪਣੇ ਧੁਰੀ ਦੇ ਆਲੇ ਦੁਆਲੇ 10.7 ਜਿਹੜੇ ਘੰਟੇ ਲੱਗਦੇ ਹੈਗੇ ਨੇ, ਤੇ ਸੂਰਜ ਦੇ ਇਰਦ ਗਿਰਦ
ਸਾਲ ਬੰਦੇ ਦੀ ਜਿਹੜੀ ਅੱਧੀ ਕੁ ਉਮਰ ਜਿਹੜੀ ਹੈ ਜਿਹੜੀ ਉਹ ਲੱਗ ਜਾਂਦੀ ਹੈਗੀ ਹੈ। ਸੋ ਇਸ ਦਾ ਜਿਹੜਾ ਵਿਆਸ ਹੈ ਉਹ 1,16,000 ਕਿਲੋਮੀਟਰ ਦਾ ਹੈਗਾ ਅਤੇ ਇਹ ਦੂਜੇ ਨੰਬਰ ਤੇ ਆਉਂਦਾ ਤੇ ਇਹਦੇ 62 ਜਿਹੜੇ ਹੈਗੇ ਨੇ ਉਹ ਚੰਦਰਮਾ ਨੇ, 62 ਮੂਨਸ ਨੇ ਹੈਗੇ ਚੰਦਰਮਾ। ਉਸ ਤੋਂ ਬਾਅਦ ਯੂਰੇਨਸ ਦੀ ਗੱਲਬਾਤ ਆਉਂਦੀ ਹੈ। ਯੂਰੇਨਸ -214, ਜੁਪੀਟਰ ਤੇ ਤਾਂ -150 ਸੀਗਾ, ਯੂਰੇਨਸ ਤੇ -214 ਦਾ ਜਿਹੜਾ ਤਾਪਮਾਨ ਹੈਗਾ ਤਾਂ ਉੱਥੇ ਤਾਂ ਤੁਸੀਂ ਦੇਖ ਲਓ ਵੀ ਕੀ ਹੁੰਦਾ ਹੋਊਗਾ। ਤੇ ਇਸ ਨੂੰ 17 ਘੰਟੇ ਲੱਗਦੇ ਆ ਆਪਣੀ ਜਿਹੜੀ ਧੁਰੀ ਦੇ ਆਲੇ ਦੁਆਲੇ ਚੱਕਰ ਕੱਟਣ ਨੂੰ, ਤੇ 84 ਸਾਲ ਸੂਰਜ ਦੇ ਬੰਦੇ ਤੋਂ ਇੱਕ ਜ਼ਿੰਦਗੀ ਤੋਂ ਵੱਧ ਇੰਡੀਆ ਦਾ ਜਿਹੜਾ ਲਾਈਫ ਐਕਸਪੀਰੀਐਂਸੀ ਹੈਗੀ ਆ ਉਹ 67 ਇਅਰਸ ਹੈ। ਸੋ ਇੱਕ ਬੰਦੇ ਦੀ ਉਮਰ ਦੇ ਵਿੱਚ ਇਹ ਸੂਰਜ ਦੇ ਆਲੇ ਦੁਆਲੇ ਗੇੜਾ ਨਹੀਂ ਕੱਢ ਪਾਉਂਦਾ, ਠੀਕ ਹੈ। ਸੋ ਇਹ ਪੂਰੇ 84 ਸਾਲ ਇਸ ਨੂੰ ਸੂਰਜ ਦੇ ਆਲੇ ਦੁਆਲੇ ਗੇੜਾ ਕੱਢਣ ਨੂੰ ਲੱਗ ਜਾਂਦੇ ਨੇ। ਸੋ ਇਹਦਾ ਜਿਹੜਾ ਡਾਇਮੀਟਰ ਹੈ, ਸੋ ਇਹਦਾ ਜਿਹੜਾ ਡਾਇਮੀਟਰ ਹੈ ਉਹ 51,000, ਇਹਦਾ ਵਿਆਸ ਹੈ ਜਿਹੜਾ ਉਹ 51,000 ਕਿਲੋਮੀਟਰ ਦਾ ਹੈ। ਤਾਂ ਇਸੇ ਤਰ੍ਹਾਂ ਹੀ ਜਿਹੜੇ ਅੱਗੇ ਇਸ ਤੇ ਜਿਹੜੇ ਮੂਨਸ ਨੇ ਤਾਂ ਤੀਜੀ ਪੋਜੀਸ਼ਨ ਹੈ ਤੇ ਇਹਦੇ 27 ਮੂਨਸ ਨੇ, 27 ਚੰਦਰਮਾ ਨੇ। ਸੋ ਇਹਦੇ ਤਿੰਨ ਜਿਹੜੇ ਹੈਗੇ ਨੇ ਇਹਦੇ ਕੀ ਨੇ ਮੂਨਸ ਨੇ, ਉਪਗ੍ਰਹਿ ਨੇ। ਉਸ ਤੋਂ ਬਾਅਦ ਨੈਪਚੂਨ ਆ ਜਾਂਦਾ ਹੈ। ਨੈਪਚੂਨ ਦਾ ਸਰਫੇਸ ਟੈਂਪਰੇਚਰ -220 ਹੈਗਾ। 16 ਘੰਟੇ ਇਹਨੂੰ ਜਿਹੜੇ ਲੱਗਦੇ ਨੇਗੇ ਆਪਣੀ ਰੋਟੇਸ਼ਨ ਕਰਨ ਦੇ ਲਈ। 164 ਸਾਲ ਤੋਂ ਉੱਥੋਂ ਵੀ ਜ਼ਿਆਦਾ ਵੱਧ ਗਿਆ ਕੰਮ, 164 ਸਾਲ ਨੇ ਜਿਹੜੇ ਇਸ ਨੂੰ ਨੈਪਚੂਨ ਨੂੰ ਸੂਰਜ ਦੇ ਇਰਦ ਗਿਰਦ ਗੇੜਾ ਲਾਉਣ ਨੂੰ ਲੱਗ ਜਾਂਦੇ ਨੇ। ਤੇ 48,000 ਕਿਲੋਮੀਟਰ ਦਾ ਇਹਦਾ ਵਿਆਸ ਹੈ। ਚੌਥੇ ਨੰਬਰ ਤੇ ਵਿਦਿਆਰਥੀ ਉਹ ਆਉਂਦਾ ਹੈ ਸਾਈਜ਼ ਦੇ ਪੱਖੋਂ। ਤੇ ਇਹਦੇ 13 ਜਿਹੜੇ ਚੰਦਰਮਾ ਹੈਗੇ ਨੇਗੇ। ਸੋ ਇਹ ਜਿਹੜੇ ਪਹਿਲੇ 8 ਗ੍ਰਹਿਾਂ ਦੇ ਬਾਰੇ ਚ ਅਸੀਂ ਗੱਲ ਕੀਤੀ ਸੀ। ਉਸ ਤੋਂ ਬਾਅਦ ਇੱਕ ਪਲੂਟੋ, ਜਿਸ ਨੂੰ ਅਸੀਂ ਡਵਾਰਫ ਪਲੈਨਟ ਦੇ ਨਾਮ ਤੇ ਜਾਣਦੇ ਹਾਂ। ਸੋ ਉੱਥੇ ਜਿਹੜਾ ਸਰਫੇਸ ਟੈਂਪਰੇਚਰ ਆ -223 ਦਾ ਹੈਗਾ। ਸੋ 6.39 ਦਿਨਾਂ ਦੇ ਵਿੱਚ ਇਹ ਇੱਕ ਆਪਣੀ ਰੋਟੇਸ਼ਨ ਪੂਰੀ ਕਰਦਾ ਹੈ। 248 ਸਾਲ ਇਹਨੂੰ ਸੂਰਜ ਦੇ ਇਰਦ ਗਿਰਦ ਲੱਗ ਜਾਂਦੇ ਨੇਗੇ। ਤੇ 2,377 ਕਿਲੋਮੀਟਰ ਦਾ ਇਹਦਾ ਜਿਹੜਾ ਵਿਆਸ ਹੈ ਤੇ ਇਹ 9ਵੇਂ ਨੰਬਰ ਤੇ ਆਉਂਦਾ ਹੈ। ਤੇ 5ਵਾਂ ਪੋਜੀਸ਼ਨ ਤੇ ਜਿਹੜਾ ਇਹ ਵੱਡੇ ਗ੍ਰਹਿਾਂ ਦੇ ਵਿੱਚੋਂ ਜਿਹੜੀ ਇਸ ਤਰ੍ਹਾਂ ਆਉਂਦੀ ਹੈ, ਇਹਦੀ 5ਵੇਂ ਨੰਬਰ ਤੇ ਇਸ ਦਾ ਸਥਾਨ ਆਉਂਦਾ ਹੈਗਾ। ਸੋ ਵਿਦਿਆਰਥੀਓ, ਇਹ ਜਿਹੜੀ ਹਲਕੀ ਜੀ ਝਾਕ ਸੀਗੀ ਪਲੈਨਟਸ ਦੇ ਬਾਰੇ, ਸੋ ਇਸ ਨੂੰ ਅਸੀਂ ਫੇਰ ਰਿਪੀਟ ਕਰਾਂਗੇ ਅਗਲੇ ਸੈਸ਼ਨ ਦੇ ਵਿੱਚ। ਉਸ ਤੋਂ ਬਾਅਦ ਤੁਹਾਨੂੰ ਜਿਹੜੀ ਅਗਲੀ ਟਰਮੀਨੋਲੋਜੀ ਹੈ ਸੋ ਉਹ ਹੈਗੀ ਹੈ ਐਸਟਰੋਇਡਸ ਦੇ ਉੱਪਰ ਅਸੀਂ ਗੱਲਬਾਤ ਕਰਨੀ ਹੈ। ਸੋ ਐਸਟਰੋਇਡਸ ਕੀ ਨੇ? ਐਸਟਰੋਇਡਸ ਬਹੁਤ ਸਾਰੇ ਜਿਹੜੇ ਛੋਟੇ ਪਿੰਡ ਹੁੰਦੇ ਨੇ ਜਿਹੜੇ ਤਾਰਿਆਂ, ਗ੍ਰਹਿਾਂ ਤੇ ਉਪਗ੍ਰਹਿਾਂ ਤੋਂ ਇਲਾਵਾ ਸੂਰਜ ਦੇ ਆਲੇ ਦੁਆਲੇ ਘੁੰਮਦੇ ਨੇ। ਸੋ ਉਹਨਾਂ ਨੂੰ ਜਿਹੜਾ ਅਸੀਂ ਐਸਟਰੋਇਡਸ ਕਹਿੰਦੇ ਆਂਗੇ। ਸੋ ਇਹ ਕਿੱਥੇ ਜ਼ਿਆਦਾਤਰ ਮਿਲਦੇ ਨੇਗੇ? ਇਹ ਮਾਰਸ ਅਤੇ ਜੁਪੀਟਰ ਦੇ ਵਿਚਕਾਰ ਜ਼ਿਆਦਾ ਪਾਏ ਜਾਂਦੇ ਨੇ। ਮਾਰਸ ਅਤੇ ਜੁਪੀਟਰ ਮਤਲਬ ਕਿ ਮੰਗਲ ਅਤੇ ਬ੍ਰਹਸਪਤੀ ਦੇ ਵਿਚਕਾਰ ਜਿਹੜੇ ਹੈਗੇ ਨੇ ਇਹ ਜ਼ਿਆਦਾ ਪਾਏ ਜਾਂਦੇ ਨੇਗੇ। ਸੋ ਆ ਤੁਸੀਂ ਧੂਮਕੇਤੂ ਦੀ ਜਿਹੜੀ ਇਹ ਤਸਵੀਰ ਮੈਟਰੋਇਡ ਜਿਹੜੀ ਹੈਗੀ ਹੈ, ਐਸਟਰੋਇਡਸ ਦੀ ਜਿਹੜੀ ਤਸਵੀਰ ਹੈ ਉਹ ਦੇਖ ਸਕਦੇ ਹੈਗੇ ਹੋ। ਉਸ ਤੋਂ ਬਾਅਦ ਮੈਟਰੋਇਡਸ ਆਉਂਦੇ ਆ। ਸੋ ਮੈਟਰੋਇਡਸ ਜਿਵੇਂ ਆਪਾਂ ਗੱਲ ਕੀਤੀ ਸੀਗੀ ਕਿ ਪਿੱਛੇ ਜੇ ਰਾਮਨਗਰ ਦੀ ਵਿਖੇ ਡਿੱਗਿਆ ਸੀਗਾ, 2.5 ਕਿਲੋ ਦਾ ਹੈਗਾ ਸੀਗਾ, 1 ਫੁੱਟ ਦਾ ਟੋਆ ਪੱਟ ਦਿੱਤਾ ਸੀਗਾ। ਇਹ ਛੋਟੇ ਛੋਟੇ ਪੀਸਸ ਹੁੰਦੇ ਨੇ ਜਿਹੜੇ ਰੌਕਸ ਦੇ ਹੁੰਦੇ ਨੇ, ਕਿ ਚਟਾਨਾਂ ਦੇ ਹੁੰਦੇ ਨੇ ਤੇ ਸੂਰਜ ਦੇ ਇਰਦ ਗਿਰਦ ਗੇੜੇ ਕੱਢਦੇ ਰਹਿੰਦੇ ਨੇਗੇ। ਜਦੋਂ ਕਈ ਵਾਰ ਜਿਹੜੇ ਇਹਨਾਂ ਦੀ ਗ੍ਰੈਵਿਟੇਸ਼ਨ ਖਤਮ ਹੋ ਜਾਂਦੀ ਹੈ, ਸੋ ਇਹ ਜਿਹੜੀ ਫੋਰਸ ਹੈ ਸੂਰਜ ਦੀ ਉਸ ਤੋਂ ਉੱਚੋਂ ਬਾਹਰ ਨਿਕਲ ਜਾਂਦੇ ਨੇ। ਜਦੋਂ ਜਿਵੇਂ ਪਿੱਛੇ ਜੇ ਹੁਣ ਆਪਣਾ ਸੂਰਜ ਗ੍ਰਹਿਣ ਲੱਗਿਆ ਸੀਗਾ, ਉਦੋਂ ਮੈਂ ਕਹਿ ਸਕਦਾ ਗਾ, ਇੱਕ ਪ੍ਰੀਵਿਊ ਦੇ ਸਕਦੇ ਹਾਂ ਇੱਥੇ, ਕਿ ਉਦੋਂ ਜਿਹੜੀ ਗ੍ਰੈਵਿਟੇਸ਼ਨ ਫੋਰਸ ਆਫ ਦਾ ਅਰਥ, ਮੂਨ ਐਂਡ ਦਾ ਸਨ, ਉਹਦੇ ਵਿੱਚ ਬਹੁਤ ਸਾਰਾ ਫਰਕ ਆਉਂਦਾ। ਜਦੋਂ ਜਵਾਰ ਭਾਟਾ ਵੀ ਉਸ ਦਿਨ ਆਉਂਦਾ ਹੈਗਾ, ਉਦੋਂ ਗ੍ਰੈਵਿਟੀ ਹੈ ਜਿਹੜੀ ਉਦੋਂ ਸੂਰਜ ਅਤੇ ਚੰਦਰਮਾ ਕਿਤੇ ਨਾ ਕਿਤੇ ਗ੍ਰੈਵਿਟੇਸ਼ਨ ਫੋਰਸ ਚੋਂ ਨਿਕਲ ਜਾਂਦੇ ਨੇਗੇ। ਸੋ ਉਸ ਦੌਰਾਨ ਜਦੋਂ ਇਹ ਧਰਤੀ ਵੱਲ ਨੂੰ ਮੂਵ ਕਰ ਲੈਂਦੇ ਨੇ ਜਾਂ ਹੋਰ ਕਿਸੇ ਗ੍ਰਹਿਾਂ ਨੂੰ ਜਿਹੜੇ ਮੂਵ ਕਰਨ ਲੱਗ ਜਾਂਦੇ ਨੇ, ਸੋ ਉਸ ਜਦੋਂ ਥੱਲੇ ਆ ਕੇ ਡਿੱਗਦੇ ਨੇਗੇ ਤਾਂ ਇਹ ਬਹੁਤ ਕਈ ਵਾਰ ਵੱਡੇ ਵੀ ਡਿੱਗਦੇ ਨੇ ਤਾਂ ਟੋਏ ਜਿਹੜੇ ਬਹੁਤ ਸਾਰੇ ਪੁੱਟ ਦਿੰਦੇ ਨੇ। ਕਿੱਥੇ ਕਿੱਥੇ ਕਿੰਨੇ ਟੋਏ ਪੁੱਟੇ ਨੇ, ਕਿੱਥੇ ਕਿੱਥੇ ਕ੍ਰੇਟਰ ਬਣਾਏ ਨੇ, ਉਹ ਅਗਲੇ ਐਪੀਸੋਡ 'ਚ ਗੱਲ ਕਰਾਂਗੇ। ਸੋ ਇਹ ਵਿਦਿਆਰਥੀਓ ਥੋੜੀ ਹਲਕੀ ਫੁਲਕੀ ਜਿਹੜੀ ਗੱਲਬਾਤ ਸੀ ਅਸੀਂ ਵੀ ਜਿਹੜੀ ਤੁਹਾਡੀ ਅੱਜ ਨਾਲ ਕੀਤੀ ਸੀਗੀ ਪਹਿਲੇ ਚੈਪਟਰ ਬਾਰੇ। ਇਸ ਦੇ ਬਾਰੇ ਡਿਟੇਲ ਦੇ ਵਿੱਚ ਜਿਹੜਾ ਅਸੀਂ ਗੱਲਬਾਤ ਹੈ ਜਿਹੜੀ ਉਹ ਅਗਲੇ ਸੈਸ਼ਨਸ ਦੇ ਵਿੱਚ ਤੁਹਾਡੇ ਨਾਲ ਕਰਾਂਗੇ।